Press the bell icon on the YouTube app and never miss another update. ਹਾਲੇਲੂਇਆ। ਜੈ ਮਸੀਹ ਦੀ ਸਾਰਿਆਂ ਨੂੰ। ਪਰਮੇਸ਼ਵਰ ਦਾ ਧੰਨਵਾਦ ਹੈ ਪਰਮੇਸ਼ਵਰ ਦੇ ਵਚਨ ਦੇ ਲਈ ਜਿਸ ਨੂੰ ਲੈ ਕੇ ਅਸੀਂ ਤੁਹਾਡੇ ਸਨਮੁਖ ਹਾਜ਼ਰ ਹੋਏ ਹਾਂ। ਔਰ ਪਰਮੇਸ਼ਵਰ ਦਾ ਧੰਨਵਾਦ ਹੈ ਕਿ ਪਰਮੇਸ਼ਵਰ ਲਗਾਤਾਰ ਸਾਨੂੰ ਆਪਣੇ ਵਚਨਾਂ ਦੇ ਰਾਹੀਂ ਆਸ਼ੀਸ਼ ਦੇ ਰਿਹਾ ਹੈ। ਔਰ ਮੈਂ ਵਿਸ਼ਵਾਸ ਕਰਦਾ ਕਿ ਤੁਸੀਂ ਪਰਮੇਸ਼ਵਰ ਦੇ ਵਚਨਾਂ ਤੋਂ ਆਸ਼ੀਸ਼ ਪਾ ਰਹੇ ਹੋ। ਸੱਚਮੁੱਚ ਪਰਮੇਸ਼ਵਰ ਦਾ ਕੋਈ ਵੀ ਵਚਨ ਪ੍ਰਭਾਵ ਰਹਿਤ ਨਹੀਂ ਹੁੰਦਾ, ਉਹਦਾ ਹਰ ਵਚਨ ਪ੍ਰਭਾਵਸ਼ਾਲੀ ਹੈ। ਸੋ ਮੇਰੇ ਭੈਣੋ ਭਰਾਵੋ, ਜਿਨੇ ਤੁਸੀਂ ਅੱਜ ਪਰਮੇਸ਼ਵਰ ਦੇ ਵਚਨ ਨੂੰ ਸੁਣ ਰਹੇ ਹੋ, ਮੈਂ ਧੰਨਵਾਦ ਕਰਦਾ ਕਿ ਪਰਮੇਸ਼ਵਰ ਅੱਜ ਵੀ ਆਪਣੇ ਵਚਨਾਂ ਦੇ ਰਾਹੀਂ ਤੁਹਾਨੂੰ ਸ਼ਕਤੀ ਦੇਵੇਗਾ। ਔਰ ਮੈਂ ਵਿਸ਼ਵਾਸ ਕਰਦਾ ਕਿ ਅੱਜ ਪਰਮੇਸ਼ਵਰ ਤੁਹਾਨੂੰ ਆਪਣੇ ਵਚਨ ਦੀ ਸ਼ਕਤੀ ਨਾਲ ਭਰੇਗਾ। ਸੋ ਅਸੀਂ ਪਰਮੇਸ਼ਵਰ ਦੇ ਵਚਨ ਵਿੱਚ ਜਾਵਾਂਗੇ। ਫਿਲਪੀਆਂ ਦੀ ਕਿਤਾਬ 4 ਦੀ 13 ਆਇਤ ਨੂੰ ਅਸੀਂ ਪੜ੍ਹਦੇ ਹਾਂ। ਫਿਲਪੀਆਂ 4 ਅਧਿਆਇ ਤੇ ਉਹਦੀ 13 ਆਇਤ, ਜਿਸ ਜਗ੍ਹਾ ਤੇ ਪਰਮੇਸ਼ਵਰ ਦਾ ਦਾਸ ਸੰਤ ਪੌਲੁਸ ਬਿਆਨ ਕਰਦਾ ਹੈ, ਅਪੋਸਟਲ ਪਾਉਲ ਦੇ ਦੁਆਰਾ ਇਸ ਜਗ੍ਹਾ ਤੇ ਕਿਹਾ ਗਿਆ ਹੈ ਕਿ ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ ਜੋ ਮੈਨੂੰ ਸਾਮਰਥ ਦਿੰਦਾ ਹੈ, ਜਿਸ ਦੇ ਦੁਆਰਾ ਮੈਂ ਸਭ ਕੁਝ ਕਰ ਸਕਦਾ ਹਾਂ। ਆਈ ਕੈਨ ਡੂ ਆਲ ਥਿੰਗਸ ਥਰੂ ਕ੍ਰਾਈਸਟ ਵਿਚ ਸਟਰੈਂਥਨ ਮੀ। ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ਵਰ ਦੇ ਉਸ ਦਿੱਤੇ ਸਾਮਰਥ ਦੇ ਦੁਆਰਾ ਸੰਤ ਪੌਲੁਸ ਜੀ ਬਿਆਨ ਕਰਦੇ ਨੇ ਕਿ ਮੈਂ ਸਭ ਕੁਝ ਕਰ ਸਕਦਾ ਹਾਂ। ਸੋ ਮੇਰੇ ਭੈਣੋ ਭਰਾਵੋ, ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ ਇਸ ਵਚਨ ਦੇ ਲਈ, ਜਿਸ ਜਗ੍ਹਾ ਤੇ ਪਰਮੇਸ਼ਵਰ ਆਪਣੇ ਵਚਨ ਦੇ ਰਾਹੀਂ ਸਾਨੂੰ ਪ੍ਰਕਾਸ਼ ਦਿੰਦਾ ਹੈ ਕਿ ਪਰਮੇਸ਼ਵਰ ਇਸ ਵਚਨ ਦੇ ਦੁਆਰਾ ਪੌਲੁਸ ਦੇ ਜੀਵਨ ਤੋਂ ਸਾਨੂੰ ਜੋ ਸਿੱਖਿਆ ਦਿੰਦਾ ਹੈ ਕਿ ਅਸੀਂ ਆਪਣੇ ਉਸ ਵਿਸ਼ੇ ਤੇ ਆਈਏ। ਵਚਨ 'ਚ ਲਿਖਿਆ ਹੈ ਕਿ ਪਰਮੇਸ਼ਵਰ ਦੇ ਦਾਸ ਆਖਦੇ ਨੇ ਕਿ ਮੈਨੂੰ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਹੈ, ਮੇਰੇ ਲਈ ਸਭ ਕੁਝ ਸੰਭਵ ਹੈ। ਪਰ ਬਾਈਬਲ ਸਾਨੂੰ ਇਹ ਦੱਸਦੀ ਹੈ ਕਿ ਇਹ ਸੰਭਵਤਾ ਉਸ ਨੂੰ ਕਿਉਂ ਹੈ। ਧਿਆਨ ਦਿਓ, ਪਰਮੇਸ਼ਵਰ ਦੇ ਬੱਚੇ ਹੋਣ ਦੇ ਨਾਤੇ, ਪਰਮੇਸ਼ਵਰ ਦੀ ਸੰਤਾਨ ਹੋਣ ਦੇ ਨਾਤੇ ਤੁਹਾਡਾ ਪਰਮੇਸ਼ਵਰ ਦੇ ਵਿੱਚ ਇਹ ਅਧਿਕਾਰ ਹੈ, ਇਹ ਤੁਹਾਡੀ ਮਿਰਾਸ ਹੈ ਕਿ ਜਦੋਂ ਜਿਹੜਾ ਪਰਮੇਸ਼ਵਰ ਸਟਰੈਂਥ ਦੇਣ ਵਾਲਾ, ਸਾਨੂੰ ਸ਼ਕਤੀ ਦੇਣ ਵਾਲਾ ਪਰਮੇਸ਼ਵਰ ਸਾਡੇ ਨਾਲ ਹੈ, ਉਸ ਸਾਮਰਥ ਦੇ ਦੁਆਰਾ ਅਸੀਂ ਸਭ ਕੁਝ ਕਰ ਸਕਦੇ ਹਾਂ। ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ। ਪਰਮੇਸ਼ਵਰ ਇਸ ਵਚਨ ਦੇ ਰਾਹੀਂ ਸਾਨੂੰ ਜੋ ਸਿਖਾਉਂਦੇ ਨੇ, ਇਸ ਜਗ੍ਹਾ ਤੇ ਸੰਤ ਪੌਲੁਸ ਇਹ ਨਹੀਂ ਕਹਿ ਰਿਹਾ ਕਿ ਮੈਂ ਸਭ ਕੁਝ ਕਰ ਸਕਦਾ ਹਾਂ, ਮੈਂ ਆਪਣੇ ਆਪ ਤੋਂ ਕੁਝ ਨਹੀਂ ਕਰ ਸਕਦਾ। ਮੇਰੇ ਭੈਣੋ ਭਰਾਵੋ, ਅਸੀਂ ਵੀ ਆਪਣੇ ਆਪ ਤੋਂ ਕੁਝ ਨਹੀਂ ਕਰ ਸਕਦੇ। ਕਈ ਲੋਕ ਇਸ ਵਚਨ ਨੂੰ ਗਲਤ ਤਰੀਕੇ ਨਾਲ ਵੀ ਸਮਝਦੇ ਨੇ। ਹੋ ਸਕਦਾ ਹੈ ਕਿ ਤੁਹਾਡੇ ਵਿੱਚੋਂ ਵੀ ਕਈ ਲੋਕ ਇਸ ਵਚਨ ਨੂੰ ਹੁਣ ਤੱਕ ਕਿਸੇ ਹੋਰ ਤਰੀਕੇ ਨਾਲ ਸਮਝਦੇ ਰਹੇ ਹੋਵੋਗੇ। ਪਰਮੇਸ਼ਵਰ ਦੇ ਵਚਨ ਦੇ ਵਿੱਚ ਇਹ ਲਿਖਿਆ ਹੈ ਕਿ ਅਸੀਂ ਆਪਣੀ ਸ਼ਕਤੀ ਨਾਲ ਤਾਂ ਕੁਝ ਨਹੀਂ ਕਰ ਸਕਦੇ, ਪਰ ਧੰਨਵਾਦ ਹੈ ਪਰਮੇਸ਼ਵਰ ਦਾ ਜੋ ਸਾਨੂੰ ਸਾਮਰਥ ਦਿੰਦਾ ਹੈ। ਹਾਲੇਲੂਇਆ। ਮੈਂ ਪਰਮੇਸ਼ਵਰ ਦਾ ਧੰਨਵਾਦੀ ਹਾਂ ਕਿ ਪਰਮੇਸ਼ਵਰ ਦੀ ਸਾਮਰਥ ਨਾਲ ਸਭ ਕੁਝ ਹੋ ਸਕਦਾ ਹੈ। ਜੇਕਰ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਪਰਮੇਸ਼ਵਰ ਦੀ ਸਾਮਰਥ ਸਭ ਕੁਝ ਕਰ ਸਕਦੀ ਹੈ, ਤਾਂ ਤੁਹਾਨੂੰ ਇਸ ਵਚਨ ਤੇ ਵਿਸ਼ਵਾਸ ਕਰਕੇ ਇਸ ਗੱਲ ਨੂੰ ਆਪਣੇ ਲਈ ਵੀ ਲੈਣਾ ਚਾਹੀਦਾ ਹੈ ਕਿ ਪਰਮੇਸ਼ਵਰ ਤੁਹਾਨੂੰ ਵੀ ਉਹ ਸਭ ਕੁਝ ਤੁਹਾਡੇ ਦੁਆਰਾ ਵੀ ਕਰ ਸਕਦਾ ਹੈ ਜੋ ਪਰਮੇਸ਼ਵਰ ਸੰਤ ਪੌਲੁਸ ਦੇ ਦੁਆਰਾ ਕਰਦਾ ਸੀ। ਪਰਮੇਸ਼ਵਰ ਉਸ ਦੇ ਦੁਆਰਾ ਕਰਦਾ। ਸੰਤ ਪੌਲੁਸ ਇਸ ਜਗ੍ਹਾ ਤੇ ਇਹ ਨਹੀਂ ਕਹਿੰਦੇ ਕਿ ਉਹ ਆਪਣੀ ਸ਼ਕਤੀ ਜਾਂ ਆਪਣੀ ਤਾਕਤ ਨਾਲ ਇਹ ਸਭ ਕੁਝ ਕਰਦੇ ਨੇ। ਬਾਈਬਲ ਸਾਨੂੰ ਦੱਸਦੀ ਹੈ ਕਿ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਜਦੋਂ ਸੰਤ ਪੌਲੁਸ ਪਰਮੇਸ਼ਵਰ ਦੀ ਸੇਵਾ ਨੂੰ ਕਰ ਰਹੇ ਸਨ, ਤਾਂ ਉਹਨਾਂ ਨੇ ਇਸ ਧਰਤੀ ਤੇ ਬਹੁਤ ਪਰਮੇਸ਼ਵਰ ਦੇ ਕੰਮਾਂ ਦੇ ਚਰਚੇ ਅਸੀਂ ਵੇਖਦੇ ਹਾਂ ਕਿ ਕਿਸ ਤਰ੍ਹਾਂ ਸੰਤ ਪੌਲੁਸ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਨੇ ਵੱਡੇ ਵੱਡੇ ਕੰਮ ਕੀਤੇ। ਔਰ ਉਹ ਪਰਮੇਸ਼ਵਰ ਦਾ ਧੰਨਵਾਦ ਹੈ, ਸੰਤ ਪੌਲੁਸ ਉਹ ਸੰਤ ਨੇ ਜਿਨ੍ਹਾਂ ਨੇ ਅੱਧੇ ਨਵੇਂ ਨਿਯਮ ਨੂੰ ਲਿਖਿਆ। ਬਾਈਬਲ ਸਾਨੂੰ ਦੱਸਦੀ ਹੈ ਕਿ ਸੰਤ ਪੌਲੁਸ ਦੇ ਦੁਆਰਾ ਬਹੁਤ ਸਾਰੀਆਂ ਕਿਤਾਬਾਂ ਬਾਈਬਲ ਦੇ ਵਿੱਚ ਦਰਜ ਹਨ। ਸੰਤ ਪੌਲੁਸ ਦੀ ਸੇਵਾ ਦੇ ਦੁਆਰਾ ਬਹੁਤ ਰੂਹਾਂ ਨੇ ਆਸ਼ੀਸ਼ ਪਾਈ। ਸੰਤ ਪੌਲੁਸ ਨੇ ਜੇਲ੍ਹ ਦੇ ਵਿੱਚ ਵੀ ਪੱਤਰੀਆਂ ਨੂੰ ਲਿਖ ਕੇ ਬਹੁਤ ਕਲੀਸਿਆਵਾਂ ਨੂੰ ਆਸ਼ੀਸ਼ ਦਾ ਕਾਰਨ ਬਣੇ। ਔਰ ਬਾਈਬਲ ਸਾਨੂੰ ਦੱਸਦੀ ਹੈ ਕਿ ਉਹਨਾਂ ਦੇ ਪ੍ਰਚਾਰ ਦੇ ਦੁਆਰਾ, ਉਹਨਾਂ ਦੇ ਜੀਵਨ ਦੇ ਦੁਆਰਾ ਬਹੁਤ ਲੋਕਾਂ ਨੇ ਆਸ਼ੀਸ਼ ਨੂੰ ਪਾਇਆ। ਸੋ ਪ੍ਰਭੂ ਦਾ ਧੰਨਵਾਦ ਹੈ ਕਿ ਪਰਮੇਸ਼ਵਰ ਨੇ ਆਪਣੇ ਦਾਸ ਨੂੰ
ਆਪਣੀ ਸ਼ਕਤੀ ਦੇ ਕੇ ਇਸਤੇਮਾਲ ਕੀਤਾ। ਬੜੇ ਅਜੀਬ ਤੇ ਅਚੰਭੇ ਕੰਮ ਵੀ ਸੰਤ ਪਾਲੂਸ ਦੇ ਦੁਆਰਾ ਕੀਤੇ ਗਏ। ਮੈਂ ਸ਼ੁਕਰਗੁਜ਼ਾਰ ਹਾਂ ਪਰਮੇਸ਼ਵਰ ਦਾ ਕਿ ਪਰਮੇਸ਼ਵਰ ਨੇ ਸੰਤ ਪਾਲੂਸ ਨੂੰ ਆਪਣੀ ਸੇਵਾ ਦੇ ਲਈ ਇਸਤੇਮਾਲ ਕੀਤਾ। ਪਰ ਸੰਤ ਪਾਲੂਸ ਦੇ ਜੀਵਨ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਉਹਨਾਂ ਦੇ ਪਰਛਾਵੇਂ ਨਾਲ ਵੀ ਲੋਕ ਚੰਗੇ ਹੁੰਦੇ ਸਨ। ਵੱਡੇ ਵੱਡੇ ਚਮਤਕਾਰ ਪਰਮੇਸ਼ਵਰ ਨੇ ਸੰਤ ਪਾਲੂਸ ਦੇ ਦੁਆਰਾ ਕੀਤੇ, ਪਰ ਸੰਤ ਪਾਲੂਸ ਇਸ ਜਗ੍ਹਾ ਤੇ ਇਹ ਨਹੀਂ ਬਿਆਨ ਕਰਦੇ ਕਿ ਉਹ ਮੈਂ ਕਰ ਰਿਹਾ। ਪਰ ਪਰਮੇਸ਼ਵਰ ਦਾ ਧੰਨਵਾਦ ਹੈ ਕਿ ਸੰਤ ਪਾਲੂਸ ਜੀ ਇਸ ਜਗ੍ਹਾ ਤੇ ਬਿਆਨ ਕਰਦੇ ਨੇ ਕਿ ਪਰਮੇਸ਼ਵਰ ਆਪਣੀ ਸ਼ਕਤੀ ਦੇ ਕੇ, ਪਰਮੇਸ਼ਵਰ ਆਪਣੀ ਸਾਮਰਥ ਦੇ ਕੇ ਉਹਨਾਂ ਨੂੰ ਇਸਤੇਮਾਲ ਕਰ ਰਹੇ ਸਨ। ਔਰ ਮੈਂ ਧੰਨਵਾਦ ਕਰਦਾ ਕਿ ਜਦੋਂ ਪਰਮੇਸ਼ਵਰ ਸਾਨੂੰ ਸਾਮਰਥ ਦਿੰਦਾ ਹੈ, ਉਸ ਸਾਮਰਥ ਦੇ ਦੁਆਰਾ ਅਸੀਂ ਸਭ ਕੁਝ ਕਰ ਸਕਦੇ ਹਾਂ। ਇਸ ਜਗ੍ਹਾ ਤੇ ਪਾਲੂਸ ਇਹ ਕਹਿ ਰਹੇ ਨੇ ਕਿ ਜਿਹੜਾ ਮੈਨੂੰ ਸਾਮਰਥ ਦਿੰਦਾ ਹੈ ਉਸ ਦੇ ਦੁਆਰਾ, ਮਸੀਹ ਦੇ ਰਾਹੀਂ। ਮੇਰੇ ਭੈਣੋ ਤੇ ਭਰਾਵੋ, ਯਾਦ ਰੱਖੋ ਕਿ ਮਸੀਹ ਤੋਂ ਬਿਨਾ ਅਸੀਂ ਕੁਝ ਵੀ ਨਹੀਂ। ਪਰਮੇਸ਼ਵਰ ਦੇ ਪੁੱਤਰ ਯਿਸੂ ਮਸੀਹ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਉਹ ਹੈ ਜੋ ਸਾਨੂੰ ਸਾਮਰਥ ਦਿੰਦਾ ਹੈ, ਉਹ ਹੈ ਜੋ ਸਾਨੂੰ ਸ਼ਕਤੀ ਦਿੰਦਾ ਹੈ, ਜਿਸ ਦੇ ਦੁਆਰਾ ਅਸੀਂ ਸਭ ਕੁਝ ਕਰ ਸਕਦੇ ਹਾਂ। ਅੱਜ ਬਹੁਤ ਸਾਰੇ ਭੈਣ ਭਰਾ ਨੇ ਜਿਹੜੇ ਦੂਜਿਆਂ ਦੇ ਹੱਥਾਂ ਵੱਲ ਵੇਖ ਰਹੇ ਨੇ। ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਦੂਜਿਆਂ ਦੇ ਉੱਤੇ ਆਸ ਲਾਈ ਬੈਠੇ ਨੇ। ਬਹੁਤ ਸਾਰੇ ਲੋਕ ਨੇ ਜਿਹੜੇ ਸੰਸਾਰ ਦੇ ਵਿੱਚ ਲੋਕਾਂ ਤੋਂ ਆਸ ਰੱਖ ਕੇ ਬੈਠੇ ਨੇ ਕਿ ਸੰਸਾਰ ਦੇ ਵਿੱਚ ਲੋਕ ਮੇਰੀ ਹੈਲਪ ਕਰਨਗੇ, ਸੰਸਾਰ ਦੇ ਲੋਕ ਮੇਰੀ ਮਦਦ ਲਈ ਅੱਗੇ ਆਉਣਗੇ। ਪਰ ਮੈਂ ਜਾਣਦਾ ਮੇਰੇ ਭੈਣੋ ਭਰਾਵੋ ਕਿ ਉਹ ਲੋਕ ਚਾਹੇ ਤੁਹਾਡੀ ਸਹਾਇਤਾ ਲਈ ਅੱਗੇ ਨਾ ਵੀ ਆਉਣ, ਪਰ ਜਿਹੜਾ ਸਾਨੂੰ ਸਾਮਰਥ ਦਿੰਦਾ ਹੈ, ਜਿਹੜਾ ਸਾਨੂੰ ਸ਼ਕਤੀ ਦਿੰਦਾ ਹੈ, ਉਹ ਪਰਮੇਸ਼ਵਰ ਹੈ। ਔਰ ਜਿਹਨੂੰ ਪਰਮੇਸ਼ਵਰ ਸ਼ਕਤੀ ਦਿੰਦਾ ਹੈ, ਉਸ ਸ਼ਕਤੀ ਦੇ ਦੁਆਰਾ ਅਸੀਂ ਸਭ ਕੁਝ ਕਰ ਸਕਦੇ ਹਾਂ। ਮੇਰੇ ਭੈਣੋ ਭਰਾਵੋ, ਮੈਂ ਵੀ ਇਹ ਵਿਚਾਰ ਕਰਦਾ ਸੀ, ਸੋਚਦਾ ਸੀ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ। ਜਿਵੇਂ ਕਿ ਲੋਕਾਂ ਦੀ ਹੈਲਪ ਕਰਨਾ ਸੀ, ਤਾਂ ਕਈ ਵਾਰ ਆਪਣੇ ਲਈ ਵੀ ਅਸੀਂ ਤੰਗੀਆਂ ਦੇ ਵਿੱਚੋਂ ਗੁਜ਼ਰਦੇ ਸੀ। ਦੂਜਿਆਂ ਦੀ ਹੈਲਪ ਕਿਵੇਂ ਕਰ ਸਕਦੇ ਹਾਂ, ਜਾਂ ਅਸੀਂ ਉਹ ਕੰਮ ਜਿਹੜੇ ਅਸੀਂ ਕਰਨਾ ਸੋਚਦੇ ਹਾਂ ਅਸੀਂ ਕਿਵੇਂ ਕਰ ਸਕਦੇ ਹਾਂ ਜਦ ਤੱਕ ਸਾਡੀ ਕੋਈ ਮਦਦ ਨਾ ਕਰੇ। ਪਰ ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ ਕਿ ਪਰਮੇਸ਼ਵਰ ਸਾਨੂੰ ਸ਼ਕਤੀ ਦਿੰਦਾ ਹੈ ਤੇ ਉਹ ਸਾਡੇ ਦੁਆਰਾ ਉਹ ਸਭ ਕੁਝ ਕਰ ਸਕਦਾ ਹੈ ਜੋ ਪਰਮੇਸ਼ਵਰ ਕਰਨਾ ਚਾਹੁੰਦਾ ਹੈ। ਹਾਲੇਲੂਇਆ, ਪ੍ਰਭੂ ਦੀ ਸਤੁਤੀ ਹੋਵੇ। ਜਦੋਂ ਅਸੀਂ ਪਰਮੇਸ਼ਵਰ ਦੇ ਕੰਮਾਂ ਵਾਸਤੇ ਕੁਝ ਲੋਕਾਂ ਨੂੰ ਹੈਲਪ ਲਈ ਬੁਲਾਉਂਦੇ ਹਾਂ ਕਿ ਸਾਡੀ ਮਦਦ ਕਰੋ, ਤਾਂ ਲੋਕ ਸਾਨੂੰ ਜਵਾਬ ਦੇ ਸਕਦੇ ਨੇ, ਲੋਕ ਸਾਡੀ ਸਹਾਇਤਾ ਨਹੀਂ ਕਰਦੇ, ਜਾਂ ਲੋਕ ਤੁਹਾਨੂੰ ਨਿਰਾਸ਼ ਕਰ ਸਕਦੇ ਨੇ। ਪਰ ਮੇਰੇ ਭੈਣੋ ਤੇ ਭਰਾਵੋ, ਮੈਂ ਪਰਮੇਸ਼ਵਰ ਦਾ ਸ਼ੁਕਰਗੁਜ਼ਾਰ ਹਾਂ ਜਿਹੜਾ ਸਾਨੂੰ ਕਦੀ ਵੀ ਛੱਡਦਾ ਨਹੀਂ, ਭੁੱਲਦਾ ਨਹੀਂ, ਤਿਆਗਦਾ ਨਹੀਂ, ਜਿਹੜਾ ਸਾਨੂੰ ਸਾਮਰਥ ਦਿੰਦਾ ਹੈ। ਪਰਮੇਸ਼ਵਰ ਦੀ ਸਾਮਰਥ ਕੀ ਕੁਝ ਕਰ ਸਕਦੀ ਹੈ, ਬਾਈਬਲ ਦੇ ਵਿੱਚ ਬਹੁਤ ਅੱਛੇ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ। ਸੋ ਮਸੀਹ ਦੇ ਵਿੱਚ ਸਾਨੂੰ ਸਭ ਕੁਝ ਪ੍ਰਾਪਤ ਹੈ। ਅਸੀਂ ਮਸੀਹ ਦੇ ਵਿੱਚ ਜਿਉਂਦੇ ਹਾਂ ਔਰ ਮਸੀਹ ਦੇ ਰਾਹੀਂ ਅਸੀਂ ਹਰ ਦਿਨ ਜਿੱਤ ਨੂੰ ਹਾਸਲ ਕਰਦੇ ਹਾਂ। ਤਾਂ ਕਈ ਵਾਰੀ ਸਾਡੇ ਵਿੱਚੋਂ ਕੋਈ ਲੋਕ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦੇ ਨੇ, ਕਈ ਲੋਕ ਆਪਣੇ ਆਪ ਨੂੰ ਵੀਕ ਮਹਿਸੂਸ ਕਰਦੇ ਨੇ ਕਿ ਅਸੀਂ ਤਾਂ ਕਮਜ਼ੋਰ ਹਾਂ, ਅਸੀਂ ਇਹ ਨਹੀਂ ਕਰ ਸਕਦੇ, ਸਾਡੇ ਕੋਲ ਤਾਕਤ ਨਹੀਂ, ਸਾਡੇ ਕੋਲ ਸ਼ਕਤੀ ਨਹੀਂ। ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ, ਆਪਣੇ ਆਪ ਨੂੰ ਕਮਜ਼ੋਰ ਨਾ ਆਖੋ। ਤੁਸੀਂ ਕਮਜ਼ੋਰ ਨਹੀਂ ਹੋ। ਪਰਮੇਸ਼ਵਰ ਸਾਡੀਆਂ ਕਮਜ਼ੋਰੀਆਂ ਵਿੱਚ ਸਾਨੂੰ ਤਾਕਤ ਦੇਣ ਵਾਲਾ ਪਰਮੇਸ਼ਵਰ ਹੈ। ਪਰਮੇਸ਼ਵਰ ਸਾਡੇ ਅੰਦਰ ਆਪਣੀ ਸਟਰੈਂਥ ਭਰਨ ਵਾਲਾ ਪਰਮੇਸ਼ਵਰ ਹੈ। ਮੈਂ ਧੰਨਵਾਦ ਕਰਦਾ ਕਿ ਪਰਮੇਸ਼ਵਰ ਦਾ ਮਸਾ ਜਿਹੜਾ ਹੈ, ਪਰਮੇਸ਼ਵਰ ਦੀ ਅਨੋਇੰਟਿੰਗ ਜੋ ਹੈ, ਪਰਮੇਸ਼ਵਰ ਦਾ ਜਲਾਲ ਜਿਹੜਾ ਹੈ, ਉਹ ਸਾਡੇ ਦੁਆਰਾ ਉਹ ਕਰ ਸਕਦਾ ਹੈ ਜੋ ਅਸੀਂ ਆਪਣੇ ਬਲ ਸ਼ਕਤੀ ਨਾਲ ਨਹੀਂ ਕਰ ਸਕਦੇ ਹਾਂ। ਮੇਰੇ ਭੈਣੋ ਭਰਾਵੋ, ਮੈਂ ਵਿਸ਼ਵਾਸ ਕਰਦਾ ਕਿ ਤੁਸੀਂ ਮੈਨੂੰ ਸਮਝ ਰਹੇ ਹੋ ਤੇ ਮੈਂ ਚਾਹੁੰਦਾ ਕਿ ਤੁਸੀਂ ਮੇਰੇ ਨਾਲ ਇੱਕ ਆਇਤ ਨੂੰ ਜ਼ਰੂਰ ਪੜੋ, ਜਿਹੜੀ ਮਰਕੁਸ ਦੀ ਅੰਜੀਲ 11 ਦੀ 23 ਆਇਤ ਹੈ। ਇਹ ਬਹੁਤ ਹੀ ਖਾਸ ਆਇਤ ਹੈ। ਮੈਂ ਇਸ ਆਇਤ ਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਚਾਹੁੰਦਾ ਕਿ ਤੁਸੀਂ ਵੀ ਇਸ ਵਚਨ ਨੂੰ ਪੜੋ ਔਰ ਸਮਝੋ। ਇਸ ਜਗ੍ਹਾ ਤੇ ਪਰਮੇਸ਼ਵਰ ਦੇ ਵਚਨ 'ਚ ਲਿਖਿਆ ਹੈ ਕਿ ਜੇਕਰ ਤੁਸੀਂ ਇੱਕ ਪਹਾੜ ਨੂੰ ਕਹੋਗੇ ਕਿ ਇੱਥੋਂ ਹਟ ਤੇ ਚਲਿਆ ਜਾ, ਤੇ ਉਹ ਉੱਥੋਂ ਚਲਾ ਜਾਏਗਾ। ਪਰ ਕਿਵੇਂ ਚਲਾ ਜਾਏਗਾ? ਇਸ ਜਗ੍ਹਾ ਤੇ ਬਹੁਤ ਖਾਸ ਤਰੀਕੇ ਨਾਲ ਲਿਖਿਆ ਹੋਇਆ ਹੈ, ਜੇ ਤੁਸੀਂ ਇੱਕ ਪਹਾੜ ਨੂੰ ਕਹੋਗੇ ਤੇ ਹਟ ਤੇ ਚਲਾ ਜਾ ਤੇ ਸਮੁੰਦਰ ਦੇ ਵਿੱਚ ਜਾ ਪੈ, ਅਤੇ ਜੇ ਤੁਸੀਂ ਆਪਣੇ ਮਨ ਵਿੱਚ ਭਰਮ ਨਾ ਕਰੋ, ਡਾਊਟ ਨਾ ਕਰੋ ਅਤੇ ਵਿਸ਼ਵਾਸ ਕਰੋ, ਭਾਈ ਜਿਹੜੀਆਂ ਗੱਲਾਂ ਅਸੀਂ ਆਖਦੇ ਹਾਂ ਉਹ ਹੁੰਦੀਆਂ ਨੇ, ਤਾਂ ਤੁਹਾਡੇ ਲਈ ਹੋ
ਜਾਵੇਗਾ। ਸੋ ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ ਇਸ ਵਚਨ ਦੇ ਲਈ। ਵਚਨ ਸਾਨੂੰ ਦੱਸਦਾ ਹੈ ਕਿ ਤੁਸੀਂ ਆਪਣੇ ਮੂੰਹ ਤੋਂ ਬੋਲਣਾ ਹੈ, ਔਰ ਤੁਹਾਡੇ ਮੂੰਹ ਦੇ ਵਚਨ, ਜੇ ਤੁਸੀਂ ਆਪਣੇ ਆਪ ਦੇ ਵਿੱਚ ਇਹ ਵਿਸ਼ਵਾਸ ਕਰਦੇ ਹੋ ਕਿ ਮੈਂ ਤਾਂ ਕਮਜ਼ੋਰ ਹਾਂ, ਮੈਂ ਤਾਂ ਨਿਰਬਲ ਹਾਂ, ਮੇਰੇ ਬੋਲਣ ਨਾਲ ਕੁਝ ਨਹੀਂ ਹੋ ਸਕਦਾ, ਮੇਰੀ ਪ੍ਰਾਰਥਨਾ ਨਾਲ ਕੁਝ ਨਹੀਂ ਹੋ ਸਕਦਾ, ਜੇ ਤੁਸੀਂ ਇਸ ਤਰ੍ਹਾਂ ਸੋਚਦੇ ਹੋ ਤਾਂ ਤੁਸੀਂ ਹਜੇ ਤੱਕ ਪਰਮੇਸ਼ਵਰ ਦੀ ਸਾਮਰਥ ਤੋਂ ਵਾਕਿਫ ਨਹੀਂ ਹੋ। ਪਰਮੇਸ਼ਵਰ ਦੀ ਸਾਮਰਥ ਸਾਡੀਆਂ ਨਿਰਬਲਤਾਈਆਂ ਵਿੱਚ ਸਿੱਧ ਹੁੰਦੀ ਹੈ। ਜਦੋਂ ਅਸੀਂ ਜਾਣਦੇ ਹਾਂ ਕਿ ਅਸੀਂ ਕੁਝ ਨਹੀਂ ਹਾਂ, ਪਰਮੇਸ਼ਵਰ ਉਦੋਂ ਸਾਬਿਤ ਕਰ ਦਿੰਦਾ ਹੈ ਕਿ ਉਹ ਹੈ ਤੇ ਉਹ ਸਾਡੇ ਵਿੱਚ ਕੁਝ ਕਰਨ ਦੀ ਸ਼ਕਤੀ ਰੱਖਦਾ ਹੈ। ਜਦੋਂ ਅਸੀਂ ਆਪਣੇ ਬਲ ਤੇ ਆਪਣੀ ਤਾਕਤ ਨਾਲ ਸੋਚਦੇ ਹਾਂ ਕਿ ਅਸੀਂ ਆਪਣੀ ਬੁੱਧ ਨਾਲ, ਆਪਣੇ ਪੈਸੇ ਨਾਲ, ਆਪਣੀਆਂ ਚੀਜ਼ਾਂ ਨਾਲ, ਆਪਣੀ ਅਕਲ ਦੇ ਨਾਲ ਅਸੀਂ ਇਹ ਸਭ ਕੁਝ ਕਰ ਸਕਦੇ ਹਾਂ, ਪਰ ਅਸੀਂ ਉੱਥੇ ਫੇਲ ਹੋ ਜਾਂਦੇ ਹਾਂ। ਮੈਂ ਜਾਣਦਾ ਮੇਰੇ ਭੈਣੋ ਭਰਾਵੋ, ਮੈਂ ਬਹੁਤ ਸਾਰੇ ਇਹੋ ਜਿਹੇ ਸੇਵਕਾਂ ਨੂੰ, ਰੱਬ ਦੇ ਸੇਵਕਾਂ ਨੂੰ ਜਾਣਦਾ ਹਾਂ ਜਿਹੜੇ ਆਪਣੇ ਬਲ ਦੇ ਨਾਲ, ਆਪਣੇ ਪੈਸੇ ਦੇ ਨਾਲ, ਆਪਣੀ ਤਾਕਤ ਦੇ ਨਾਲ ਸੇਵਾ ਨੂੰ ਕਰਨਾ ਚਾਹੁੰਦੇ ਸੀ, ਪਰ ਉਹ ਫੇਲ ਹੋ ਗਏ। ਪਰ ਕਿਉਂ ਫੇਲ ਹੋ ਗਏ? ਉਹਦਾ ਰੀਜ਼ਨ ਇੱਕੋ ਹੀ ਹੈ, ਉਹਦਾ ਕਾਰਨ ਇੱਕੋ ਹੀ ਹੈ, ਕਿਉਂਕਿ ਉਹ ਲੋਕ ਪਰਮੇਸ਼ਵਰ ਦੇ ਆਤਮਾ ਦੀ ਸਹਾਇਤਾ ਦੇ ਨਾਲ ਇਹ ਨਹੀਂ ਕਰ ਰਹੇ ਸਨ, ਪਰ ਉਹ ਆਪਣੇ ਬਲ ਦੇ ਨਾਲ ਕਰ ਰਹੇ ਸਨ। ਮੈਂ ਸ਼ੁਕਰਗੁਜ਼ਾਰ ਹਾਂ ਪਰਮੇਸ਼ਵਰ ਦਾ ਕਿ ਜਿਹੜੇ ਕੰਮ ਪਰਮੇਸ਼ਵਰ ਦੇ ਆਤਮਾ ਦੇ ਦੁਆਰਾ ਹੋ ਸਕਦੇ ਨੇ, ਉਹ ਤੁਹਾਡੇ ਆਪਣੀ ਸਮਝ ਦੇ ਨਾਲ ਜਾਂ ਆਪਣੇ ਪੈਸੇ ਤਾਕਤ ਦੇ ਨਾਲ ਨਹੀਂ ਹੋ ਸਕਦੇ। ਜੇ ਤੁਸੀਂ ਵਿਸ਼ਵਾਸ ਕਰੋ ਕਿ ਪਰਮੇਸ਼ਵਰ ਉਹ ਕਰ ਸਕਦਾ ਹੈ ਜੋ ਤੁਹਾਡੇ ਤੋਂ ਅਣਹੋਣਾ ਹੈ, ਤਾਂ ਪਰਮੇਸ਼ਵਰ ਆਪਣੀ ਸਾਮਰਥ ਦੇ ਦੁਆਰਾ ਤੁਹਾਡੇ ਤੋਂ ਉਹ ਕਰਵਾ ਸਕਦਾ ਹੈ। ਜਿਵੇਂ ਸੰਤ ਪੌਲੁਸ ਨੇ ਕਿਹਾ ਕਿ ਜਿਹੜਾ ਮੈਨੂੰ ਸ਼ਕਤੀ ਦਿੰਦਾ ਹੈ, ਉਹਦੇ ਦੁਆਰਾ ਮੈਂ ਸਭ ਕੁਝ ਕਰ ਸਕਦਾ ਹਾਂ। ਮੈਂ ਆਪਣੇ ਆਪ ਤੋਂ ਕੁਝ ਨਹੀਂ ਕਰ ਸਕਦਾ, ਪਰ ਜਿਹੜਾ ਮੈਨੂੰ ਸ਼ਕਤੀ ਦਿੰਦਾ ਹੈ, ਉਹਦੇ ਦੁਆਰਾ ਮੈਂ ਸਭ ਕੁਝ ਕਰ ਸਕਦਾ ਹਾਂ। ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ ਕਿ ਅੱਜ ਉਹ ਸ਼ਕਤੀ, ਉਹ ਸਾਮਰਥ ਪਰਮੇਸ਼ਵਰ ਤੁਹਾਨੂੰ ਵੀ ਦੇਵੇਗਾ। ਔਰ ਜਦੋਂ ਪਰਮੇਸ਼ਵਰ ਤੁਹਾਨੂੰ ਆਪਣੀ ਸ਼ਕਤੀ ਔਰ ਆਪਣੀ ਸਾਮਰਥ ਦੇ ਨਾਲ ਭਰੇਗਾ, ਤੁਸੀਂ ਵੀ ਜਾਣ ਜਾਓਗੇ ਕਿ ਉਹ ਜੋ ਤੁਸੀਂ ਨਹੀਂ ਕਰ ਸਕਦੇ, ਉਹ ਪਰਮੇਸ਼ਵਰ ਕਰ ਸਕਦਾ ਹੈ। ਹਾਲੇਲੂਇਆ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਵਰ ਤੁਹਾਡੇ ਦੁਆਰਾ ਉਹ ਕਰ ਸਕਦਾ ਹੈ? ਸ਼ਾਇਦ ਤੁਸੀਂ ਕਦੇ ਵੀ ਬਿਲੀਵ ਨਹੀਂ ਕਰੋਗੇ ਕਿ ਪਰਮੇਸ਼ਵਰ ਉਹ ਕੰਮ ਕਰ ਸਕਦਾ ਹੈ ਜਿਹੜਾ ਤੁਹਾਡੀ ਤਾਕਤ ਨਹੀਂ ਕਰ ਸਕਦੀ। ਮੈਂ ਪਰਮੇਸ਼ਵਰ ਦਾ ਸ਼ੁਕਰਗੁਜ਼ਾਰ ਹਾਂ ਕਿ ਪਰਮੇਸ਼ਵਰ ਆਪਣੇ ਵਚਨਾਂ ਦੇ ਰਾਹੀਂ ਸਾਨੂੰ ਇਸ ਗੱਲ ਲਈ ਪ੍ਰੇਰਿਤ ਕਰਦੇ ਨੇ ਕਿ ਆਓ ਅਸੀਂ ਤਿਆਰ ਹੋ ਜਾਈਏ ਕਿ ਪਰਮੇਸ਼ਵਰ ਸਾਨੂੰ ਇਸਤੇਮਾਲ ਕਰ ਸਕੇ, ਪਰਮੇਸ਼ਵਰ ਸਾਡਾ ਪ੍ਰਯੋਗ ਕਰ ਸਕੇ। ਆਓ ਅਸੀਂ ਆਪਣੇ ਆਪ ਨੂੰ ਤਿਆਰ ਕਰੀਏ ਕਿ ਪਰਮੇਸ਼ਵਰ ਸਾਨੂੰ ਇਸਤੇਮਾਲ ਕਰੇ, ਪਰਮੇਸ਼ਵਰ ਸਾਨੂੰ ਆਪਣੀ ਸਾਮਰਥ ਦੇਵੇ, ਪਰਮੇਸ਼ਵਰ ਸਾਨੂੰ ਆਪਣੇ ਬਲ ਦੇ ਨਾਲ ਭਰੇ, ਕਿਉਂਕਿ ਜਿਹੜਾ ਸਾਨੂੰ ਤਾਕਤ ਦਿੰਦਾ ਹੈ, ਉਹਦੇ ਦੁਆਰਾ ਅਸੀਂ ਸਭ ਕੁਝ ਕਰ ਸਕਦੇ ਹਾਂ। ਮੈਂ ਪਰਮੇਸ਼ਵਰ ਦਾ ਸ਼ੁਕਰਗੁਜ਼ਾਰ ਹਾਂ। ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਮੈਂ ਚਾਹੁੰਦਾ ਕਿ ਮੇਰੇ ਨਾਲ ਤੁਸੀਂ 1-2 ਆਇਤਾਂ ਨੂੰ ਪੜ੍ਹੋ। ਕੁਲੀਸੀਆਂ ਦੀ ਕਿਤਾਬ 1 ਦੀ 26 ਅਤੇ 27 ਆਇਤ। ਕੁਲੀਸੀਆਂ ਦੀ ਕਿਤਾਬ 1 ਦੀ 26 ਅਤੇ 27 ਆਇਤ। ਆਓ ਅਸੀਂ ਉਸ ਨੂੰ ਪੜ੍ਹੀਏ। ਅਰਥਾਤ ਉਸ ਭੇਤ ਦੀ ਜਿਹੜਾ ਸਾਰਿਆਂ ਯੁਗਾਂ ਅਤੇ ਪੀੜ੍ਹੀਆਂ ਤੋਂ ਗੁਪਤ ਰਿਹਾ, ਪਰ ਹੁਣ ਉਹਦੇ ਸੰਤਾਂ ਉੱਤੇ ਪ੍ਰਗਟ ਹੋਇਆ, ਜਿਨ੍ਹਾਂ ਨੂੰ ਪਰਮੇਸ਼ਵਰ ਨੇ ਮਹਿਰਮ ਕਰਨਾ ਚਾਹਿਆ। ਭਾਈ ਪਰਾਈਆਂ ਕੌਮਾਂ ਵਿੱਚ ਇਸ ਭੇਤ ਦੇ ਧਨ ਦਾ ਪ੍ਰਤਾਪ ਕੀ ਹੈ? ਸੋ ਇਹ ਮਸੀਹ ਤੁਹਾਡੇ ਵਿੱਚ ਪ੍ਰਤਾਪ ਦੀ ਆਸ ਹੈ। ਹਾਲੇਲੂਇਆ। ਮੈਂ ਪਰਮੇਸ਼ਵਰ ਦਾ ਸ਼ੁਕਰਗੁਜ਼ਾਰ ਹਾਂ। ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਨੇ ਆਪਣੀ ਇੱਕ ਜਿਉਂਦੀ ਆਸ, ਪ੍ਰਤਾਪ ਦੀ ਆਸ, ਮਸੀਹ ਜਿਹੜਾ ਅੱਜ ਸਾਡੇ ਵਿੱਚ ਹੈ, ਉਹ ਆਸ ਸਾਨੂੰ ਦਿੱਤੀ ਹੋਈ ਹੈ। ਮੈਂ ਜਾਣਦਾ ਕਿ ਤੁਸੀਂ ਇਸ ਵਚਨ ਨੂੰ ਪੜ੍ਹਿਆ ਤੇ ਸਮਝਿਆ ਹੋਵੇਗਾ ਕਿ ਪਰਮੇਸ਼ਵਰ ਤੁਹਾਨੂੰ ਅੱਜ ਆਪਣੀ ਆਸ ਮਸੀਹ ਵਿੱਚ ਦਿੰਦੇ ਨੇ। ਹਾਲੇਲੂਇਆ। ਪਰਮੇਸ਼ਵਰ ਤੁਹਾਨੂੰ ਆਪਣੀ ਮਹਿਮਾ ਲਈ ਇਸਤੇਮਾਲ ਕਰਨਾ ਚਾਹੁੰਦੇ ਨੇ। ਪਰਮੇਸ਼ਵਰ ਤੁਹਾਨੂੰ ਆਪਣਾ ਬਲ ਤੇ ਤਾਕਤ ਦੇਣਾ ਚਾਹੁੰਦੇ ਨੇ। ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਪਰਮੇਸ਼ਵਰ ਦੇ ਵਚਨ 'ਚੋਂ ਪੜ੍ਹਨਾ ਚਾਹਾਂਗਾ। ਪਹਿਲਾ ਯੂਹੰਨਾ 4 ਦੀ 4 ਆਇਤ, ਜਿਸ ਜਗ੍ਹਾ ਤੇ ਲਿਖਿਆ ਹੈ ਕਿ ਹੇ ਬੱਚਿਓ, ਤੁਸੀਂ ਪਰਮੇਸ਼ਵਰ ਤੋਂ ਹੋ ਅਤੇ ਤੁਸੀਂ ਉਸ ਉੱਤੇ ਜਿੱਤ ਪਾਈ ਹੈ, ਕਿਉਂ ਜੋ ਤੁਹਾਡੇ ਅੰਦਰ ਹੈ
ਉਹ ਉਹਦੇ ਨਾਲੋਂ ਵੱਡਾ ਹੈ ਜੋ ਸੰਸਾਰ ਦੇ ਅੰਦਰ ਹੈ, ਕਿਉਂ ਜੋ ਜਿਹੜਾ ਤੁਹਾਡੇ ਅੰਦਰ ਹੈ ਉਹਦੇ ਨਾਲੋਂ ਬਹੁਤ ਵੱਡਾ ਹੈ। ਮੇਰੇ ਭੈਣੋ ਭਰਾਵੋ, ਬਾਈਬਲ ਸਾਨੂੰ ਸਪਸ਼ਟਤਾ ਨਾਲ ਦੱਸਦੀ ਹੈ ਕਿ ਜਿਹੜਾ ਤੁਹਾਡੇ ਅੰਦਰ ਹੈ ਉਹ ਬਹੁਤ ਹੀ ਸਾਮਰਥੀ ਹੈ। ਹਾਲੇਲੂਇਆ। ਆਪਣੇ ਮੂੰਹ ਤੋਂ ਅਸੀਂ ਇਹਨਾਂ ਵਚਨਾਂ ਨੂੰ ਬੋਲੀਏ ਕਿ ਯੀਸ਼ੂ ਮਸੀਹ ਤੇਰਾ ਧੰਨਵਾਦ ਪਿਆਰੇ ਪਿਤਾ, ਤੇਰਾ ਧੰਨਵਾਦ ਕਿ ਸਾਨੂੰ ਪਵਿੱਤਰ ਆਤਮਾ ਦਿੱਤਾ ਹੈ, ਕਿਉਂਕਿ ਜਿਹੜਾ ਸਾਡੇ ਅੰਦਰ ਹੈ ਉਹ ਬਹੁਤ ਹੀ ਸਾਮਰਥੀ ਹੈ। ਅਸੀਂ ਉਸ ਦੇ ਦੁਆਰਾ ਜਿਹੜਾ ਸਾਨੂੰ ਸਾਮਰਥ ਦਿੰਦਾ ਹੈ ਸਭ ਕੁਝ ਕਰ ਸਕਦੇ ਹਾਂ। ਅਸੀਂ ਆਪਣੇ ਬਲ ਆਪਣੀ ਤਾਕਤ ਦੇ ਨਾਲ ਕੁਝ ਨਹੀਂ ਕਰ ਸਕਦੇ, ਪਰ ਜੋ ਸਾਨੂੰ ਤਾਕਤ ਦੇਣ ਵਾਲਾ ਪਰਮੇਸ਼ਵਰ ਦਾ ਆਤਮਾ, ਪਰਮੇਸ਼ਵਰ ਦਾ ਪਵਿੱਤਰ ਆਤਮਾ, ਸਾਡਾ ਅੱਬਾ ਪਿਤਾ ਜੋ ਅੱਜ ਸਾਡੇ ਅੰਦਰ ਵਸਦਾ ਹੈ, ਸਾਨੂੰ ਤਾਕਤ ਦਿੰਦਾ ਹੈ। ਉਹਦੇ ਦੁਆਰਾ ਅਸੀਂ ਸਭ ਕੁਝ ਕਰ ਸਕਦੇ ਹਾਂ। ਮੈਂ ਇੱਕ ਹੋਰ ਆਇਤ ਪੜ੍ਹਨਾ ਚਾਹਾਂਗਾ। ਪਰਮੇਸ਼ਵਰ ਦੇ ਵਚਨ 'ਚ ਲਿਖਿਆ ਹੈ 2 ਕਰੰਥੀਆਂ 3:5 ਆਇਤ ਵੀ ਉਸ ਜਗ੍ਹਾ ਤੇ ਵੀ ਤੁਸੀਂ ਪੜ੍ਹਿਆ ਹੈ ਤਾਂ ਤੁਸੀਂ ਪੜ੍ਹ ਸਕਦੇ ਹੋ। ਤਾਂ ਲਿਖਿਆ ਹੈ ਕਿ ਸਾਡੀ ਯੋਗਤਾ ਆਪਣੇ ਆਪ ਤੋਂ ਨਹੀਂ, ਪਰ ਸਾਡੀ ਯੋਗਤਾ ਪ੍ਰਭੂ ਤੋਂ ਹੈ। ਸਾਡੀ ਯੋਗਤਾ ਪਰਮੇਸ਼ਵਰ ਤੋਂ ਹੈ। ਅਸੀਂ ਆਪਣੇ ਆਪ ਤੋਂ ਯੋਗ ਨਹੀਂ ਹਾਂ। ਇਸ ਜਗ੍ਹਾ ਤੇ ਲਿਖਿਆ ਹੈ ਅਸੀਂ ਆਪਣੇ ਆਪ ਤੋਂ ਯੋਗ ਨਹੀਂ, ਪਰ ਸਾਡੀ ਯੋਗਤਾ ਪਰਮੇਸ਼ਵਰ ਤੋਂ ਹੈ। ਪਰਮੇਸ਼ਵਰ ਦਾ ਧੰਨਵਾਦ ਹੈ ਪਿਆਰੇ ਭੈਣੋ ਭਰਾਵੋ ਕਿ ਸਾਡੀ ਯੋਗਤਾ ਆਪਣੇ ਆਪ ਤੋਂ ਤਾਂ ਨਹੀਂ, ਪਰ ਸਾਨੂੰ ਯੋਗ ਬਣਾਉਣੇ ਵਾਲੇ ਪਰਮੇਸ਼ਵਰ ਤੋਂ ਹੈ। ਆਪਣੇ ਆਪ ਨੂੰ ਅੱਜ ਕਮਜ਼ੋਰ ਨਾ ਸਮਝੋ, ਕਿਉਂਕਿ ਸਾਡੀ ਯੋਗਤਾ ਪਰਮੇਸ਼ਵਰ ਤੋਂ ਹੈ। ਉਹ ਜੋ ਬਲ ਦਿੰਦਾ ਹੈ ਉਹਦੇ ਦੁਆਰਾ ਅਸੀਂ ਸਭ ਕੁਝ ਕਰ ਸਕਦੇ ਹਾਂ। ਸੰਤ ਪੌਲੁਸ ਨੂੰ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਇਹ ਬਲ ਪ੍ਰਾਪਤ ਹੈ। ਉਹ ਬਲ ਅੱਜ ਸਾਨੂੰ ਤੇ ਤੁਹਾਨੂੰ ਵੀ ਪ੍ਰਾਪਤ ਹੈ। ਆਓ ਅਸੀਂ ਆਪਣਾ ਬਲ ਧਾਰਨ ਕਰੀਏ ਔਰ ਪਰਮੇਸ਼ਵਰ ਦੇ ਵਚਨ ਦੇ ਮੁਤਾਬਕ ਅਸੀਂ ਉਸ ਬਲ ਦੇ ਦੁਆਰਾ ਜੋ ਪਰਮੇਸ਼ਵਰ ਸਾਨੂੰ ਦਿੰਦਾ ਹੈ, ਪਰਮੇਸ਼ਵਰ ਦੇ ਕੰਮਾਂ ਨੂੰ ਕਰੀਏ। ਪਰਮੇਸ਼ਵਰ ਤੁਹਾਨੂੰ ਵੀ ਆਪਣੀ ਮਹਿਮਾ ਲਈ ਇਸਤੇਮਾਲ ਕਰੇਗਾ। ਪਰਮੇਸ਼ਵਰ ਤੁਹਾਨੂੰ ਆਪਣੀ ਆਸ਼ੀਸ਼ ਦੇਵੇਗਾ। ਤੁਹਾਡੀਆਂ ਨਿਰਬਲਤਾਈਆਂ ਵਿੱਚ ਉਹਦਾ ਬਲ ਕੰਮ ਕਰੇਗਾ ਔਰ ਤੁਸੀਂ ਉਹਦੇ ਗਵਾਹ ਬਣ ਕੇ ਖੜੇ ਹੋਵੋਗੇ। ਅੱਜ ਤੁਸੀਂ ਵਿਸ਼ਵਾਸ ਕਰੋ ਕਿ ਜੋ ਤੁਸੀਂ ਬੋਲੋਗੇ ਉਹ ਹੁੰਦਾ ਹੈ, ਕਿਉਂਕਿ ਜਿਹੜੀ ਤਾਕਤ ਪਵਿੱਤਰ ਆਤਮਾ ਤੁਹਾਨੂੰ ਦਿੰਦਾ ਹੈ ਉਹਦੇ ਦੁਆਰਾ ਉਹ ਸਭ ਕੁਝ ਹੋ ਸਕਦਾ ਹੈ। ਤੁਹਾਡੇ ਆਪਣੇ ਬਲ, ਸਾਡਾ ਆਪਣਾ ਬਲ, ਸਾਡੀ ਆਪਣੀ ਸ਼ਕਤੀ ਨਹੀਂ ਹੈ। ਉਹ ਪਰਮੇਸ਼ਵਰ ਦੀ ਸਾਮਰਥ ਹੈ ਜੋ ਸਭ ਕੁਝ ਕਰ ਸਕਦੀ ਹੈ। ਆਓ ਅਸੀਂ ਪ੍ਰਾਰਥਨਾ ਕਰੀਏ ਕਿ ਪਰਮੇਸ਼ਵਰ ਹੁਣ ਤੁਹਾਨੂੰ ਤੁਹਾਡੇ ਉਹਨਾਂ ਇਲਾਕਿਆਂ ਵਿੱਚ ਇਸਤੇਮਾਲ ਕਰੇ ਜਿੱਥੇ ਪਰਮੇਸ਼ਵਰ ਨੇ ਤੁਹਾਨੂੰ ਰੱਖਿਆ ਹੈ। ਪਰਮੇਸ਼ਵਰ ਤੁਹਾਨੂੰ ਉੱਥੇ ਆਪਣਾ ਬਲ ਦੇ ਕੇ ਇਸਤੇਮਾਲ ਕਰੇ। ਤੁਹਾਡੇ ਕੰਮ ਦੇ ਸਥਾਨ ਤੇ, ਤੁਹਾਡੇ ਆਪਣੇ ਪਰਿਵਾਰ ਦੇ ਵਿੱਚ, ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ, ਤੁਹਾਡੇ ਹਰ ਉਸ ਏਰੀਏ ਵਿੱਚ ਜਿੱਥੇ ਪਰਮੇਸ਼ਵਰ ਨੇ ਤੁਹਾਨੂੰ ਰੱਖਿਆ ਹੈ, ਆਪਣਾ ਬਲ ਦੇ ਕੇ ਪਰਮੇਸ਼ਵਰ ਤੁਹਾਨੂੰ ਇਸਤੇਮਾਲ ਕਰੇ। ਪਰਮੇਸ਼ਵਰ ਦਾ ਧੰਨਵਾਦ ਹੈ। ਆਓ ਅਸੀਂ ਪ੍ਰਾਰਥਨਾ ਕਰੀਏ। ਮਹਾਨ ਪਿਤਾ, ਮੈਂ ਧੰਨਵਾਦ ਕਰਦਾ ਹਾਂ। ਅੱਜ ਅਸੀਂ ਜਾਣਦੇ ਹਾਂ ਕਿ ਅਸੀਂ ਆਪਣੇ ਬਲ ਦੇ ਨਾਲ, ਆਪਣੀ ਸ਼ਕਤੀ ਦੇ ਨਾਲ ਨਹੀਂ, ਪਰ ਤੇਰੀ ਦਿੱਤੀ ਸਾਮਰਥ ਦੇ ਨਾਲ, ਤੇਰੇ ਦਿੱਤੇ ਅਭਿਸ਼ੇਕ ਦੇ ਨਾਲ ਉਹ ਸਭ ਕੁਝ ਕਰ ਸਕਦੇ ਹਾਂ ਜੋ ਸਾਡੇ ਤੋਂ ਨਹੀਂ ਹੋ ਸਕਦਾ। ਜਿਵੇਂ ਸੰਤ ਪੌਲੁਸ ਨੇ ਆਖਿਆ ਹੈ ਕਿ ਜੋ ਮੈਨੂੰ ਬਲ ਦਿੰਦਾ ਹੈ ਉਹਦੇ ਦੁਆਰਾ ਮੈਂ ਸਭ ਕੁਝ ਕਰ ਸਕਦਾ ਹਾਂ। ਅੱਜ ਤੁਹਾਡੇ ਬੱਚਿਆਂ ਦੇ ਮੂੰਹ ਦੇ ਵਿੱਚੋਂ ਨਿਕਲਣ ਵਾਲੇ ਹਰ ਸ਼ਬਦ ਦੇ ਦੁਆਰਾ ਮਹਾਨ ਪਿਤਾ ਇਹ ਇੱਕ ਵੱਡਾ ਪ੍ਰਭਾਵ ਹੋਵੇ। ਪਿਆਰੇ ਪ੍ਰਭੂ ਜੀ, ਜੀਵਤ ਪਰਮੇਸ਼ਵਰ, ਤੇਰੇ ਬੱਚੇ ਉਹ ਕਰ ਸਕਣ ਜੋ ਅੱਜ ਤੱਕ ਨਹੀਂ ਕਰ ਸਕੇ। ਪ੍ਰਭੂ ਯੀਸ਼ੂ ਮਸੀਹ ਦੇ ਸਾਮਰਥੀ ਨਾਮ ਵਿੱਚ ਇਹ ਇੱਕ ਜਿੱਤ ਵਾਲਾ ਜੀਵਨ ਜੀ ਸਕਣ। ਮਹਿਮਾ ਤੇ ਆਦਰ ਤੁਹਾਨੂੰ ਮਿਲੇ ਪ੍ਰਭੂ ਯੀਸ਼ੂ ਮਸੀਹ ਦੇ ਜਿਉਂਦੇ ਨਾਮ ਵਿੱਚ। ਆਮੀਨ।